सतनाम वाहेगुरु साहिब जियो। बिलावल महला पंजवा। लाल रंग तिसको लगा जिसके वड भागा। मैला कदे न होवई नह लागै दागा। लाल रंग तिसको लगा जिसके वड भागा। मैला कदे न होवई नह लागै दागा। प्रभ पाया सुखदाइया मिलया सुख पाए। सहज समाना भीतरे छोड़या नह जाए। रहा जरा मरा नह व्यापही फिर दुख न पाया। पी अमृत आघान्या गुर अमर कराया। सो जानै जिन चाखिया हर नाम अमोला। कीमत कही ना जाई है क्या कह मुख बोला। सफल दर्श तेरा पार ब्रह्म गुण निध तेरी बाणी। पाऊं धूर तेरे दास की नानक कुर्बानी। सफल दर्श तेरा पार ब्रह्म गुण निध तेरी बाणी। पाऊं धूर तेरे दास की नानक कुर्बानी। वाहिगुरु जी का खालसा वाहिगुरु जी की फतेह। जुगो जुगो टल तन तन गुरु ग्रंथ साहिब जी। गुरु पातशाह जी की अपार बख्शिश टलदी शाम संगत दीयां कड़ियां असीं प्राप्त कीतियां ने। लड़ीवार गुरबाणी व्याख्या करन दा हर रोज़ की तरह अज फिर सुभाग मिलिया है। जो पावन बचन असीं विचारदे हां बिलावल राग दे ये उपदेश ने। गुरु अर्जन पातशाह द्वारा उच्चारण किए गए चौपदियां दे वाक बचन आपने जो स्रोत किया। इसका रहाव दा पदा कुछ इस तरह है। प्रभ पाया सुखदाइया मिलया सुख पाए। सहज समाना भीतरे छोड़या न जाए। प्रभ पाया सुखदाइया। गुरबाणी दे विच प्रभु वाहिगुरु अकाल पुरख वो परिपूर्ण जो सर्वस्व विद्यमान है उसनों या इस तरह कह लो कि रब नूं सुख दा समानार्थी मन्निया गया। प्रायवाची सिनोनिम जिन्हों असीं कहने आ। सुख ते रब दो वखरियां चीज़ां नहीं गियां एक ही चीज़ है। इस करके जिथे उन्होंने गुणी निधान कहा है उत्थे उन्होंने सुख निधान भी कहा है इस रूप दे विच भी। ते जे लिटरली तौर पर आपां पढ़ीए तो महाराज सीधे तौर पर बयान करते हैं कि जो सुख को चाहे सदा शरण राम की ले। जे सदैवी सुख लोड़ींदा आ जे लोड़े सदा सुख पाई। साधु संगत गुरें बताई उहाँ जपिए केवल नाम। नाम सुख दा सिनोनिम है। नाम सुख दा पूरक है। तुसी नाम दी बात करो मतलब सुख दी बात होंदी। तुसी सुख दी बात करो मतलब नाम दी बात होंदी। इस रूप में ये
ਤੇ ਵਾਰ-ਵਾਰ ਇਹਦੀ ਰੈਪੀਟੀਸ਼ਨ ਹੈ, ਵਾਰ-ਵਾਰ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਕਿਤੇ ਕਿਹਾ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹ ਨ ਕੋਏ। ਜੇ ਤੈਨੂੰ ਬੰਦੇ ਭੁਲੇਖਾ ਹੋਏ ਨਾ ਕਿ ਸ਼ਾਇਦ ਸੁਖ ਦੇ ਖਜ਼ਾਨੇ ਦੀ ਚਾਬੀ ਕਿਸੇ ਹੋਰ ਕੋਲ ਹੈ, ਤੇ ਬਾਬਾ ਜੀ ਕਹਿੰਦੇ ਭੁਲੇਖਾ ਕੱਢਦੇ ਆਪਣੇ ਮਨ ਵਿੱਚੋਂ। ਉਹ ਸੁਖ ਦਾ ਖਜ਼ਾਨਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਉਹਦਾ ਨਾਮ ਹੀ ਹੈ, ਉਹਦੀ ਹਸਤੀ ਹੀ ਹੈ, ਉਹਦੀ ਪਾਇਆ ਹੀ ਹੈ। ਸੋ ਇਹ ਬੰਦੇ ਦੇ ਜੀਵਨ ਦੇ ਵਿੱਚ ਇਸ ਚੀਜ਼ ਬਾਬਤ ਬਿਲਕੁਲ ਸਮਝ ਆ ਜਾਏ, ਇਹ ਗੁਰੂ ਸਾਹਿਬ ਬਿਆਨ ਕਰਦੇ। ਅੱਜ ਦਾ ਵਚਨ ਵੀ ਇੱਥੋਂ ਹੀ ਪ੍ਰਾਰੰਭ ਹੁੰਦਾ, ਪ੍ਰਭ ਪਾਇਆ ਸੁਖਦਾਈਆ। ਮੈਂ ਉਹ ਪ੍ਰਭੂ ਪ੍ਰਾਪਤ ਕੀਤਾ ਜੋ ਸੁਖ ਦੇਣ ਵਾਲਾ ਆ, ਜੋ ਸੁਖ ਦਾ ਦਾਤਾ ਆ, ਸੁਖ ਦਹਿੰਦ ਆ। ਇਨ ਯੂ ਕੈਨ ਸੇ ਇਨ ਏ ਵੇ ਕੰਫਰਟ ਗਿਵਰ, ਹੈਪੀਨੈਸ ਗਿਵਰ, ਪਲੈਜ਼ਰ ਗਿਵਰ ਇਜ਼ ਵਾਹਿਗੁਰੂ। ਇਸ ਰੂਪ ਵਿੱਚ ਆਇਆ ਸਭ ਪ੍ਰਭ ਪਾਇਆ ਸੁਖਦਾਈਆ, ਮਿਲਿਆ ਸੁਖ ਪਾਏ। ਤੇ ਫਿਰ ਇਹ ਵੀ ਹੈ, ਉਹਦਾ ਮਲਾਪ ਵੀ ਕਿਸੇ ਕਸ਼ਟ ਦਾ ਪ੍ਰਤੀਕ ਨਹੀਂ ਹੈਗਾ, ਜਾਂ ਉਹਦੇ ਮਲਾਪ ਲਈ ਕਿਸੇ ਕਸ਼ਟ ਵਿੱਚੋਂ ਲੰਘਣ ਦੀ ਗੱਲ ਨਹੀਂ ਹੈ। ਬਚਨ ਇਹ ਹੈ ਮਿਲਿਆ ਸੁਖ ਪਾਏ। ਜਦੋਂ ਇਹ ਸੁਖ ਤੁਹਾਨੂੰ ਚੰਗਾ ਲੱਗ ਜੇ, ਰੱਬ ਦਾ ਨਾਮ ਚੰਗਾ ਲੱਗ ਜੇ, ਤਾਂ ਉਹ ਸੁਖ ਤੁਹਾਨੂੰ ਮਿਲ ਜਾਂਦਾ ਆ। ਇਸ ਰੂਪ ਵਿੱਚ ਬਾਤ ਕੀਤੀ ਗਈ। ਈਵਨ ਅਸੀਂ ਰਚਨਾ ਪੜ੍ਹਦੇ ਹਾਂ ਸੁਖਮਨੀ ਸਾਹਿਬ, ਨਾਮ ਹੀ ਤੁਸੀਂ ਦੇਖੋ, ਮਤਲਬ ਗੌੜੀ ਸੁਖਮਨੀ ਲਿਖਿਆ ਗੁਰੂ ਸਾਹਿਬ ਨੇ। ਹੁਣ ਉਹਦੇ 'ਚ ਗੱਲਾਂ ਇਹ ਵੀ ਹੈਗੀਆਂ ਨੇ ਕਿ ਵਕਤ ਬਦਲਦਾ, ਬਦਲਦੇ ਵਕਤ ਦੇ ਨਾਲ ਚੀਜ਼ਾਂ ਲੈਂਗੁਇਸਟਿਕ ਸਾਈਡਸ ਤੋਂ ਔਖੀਆਂ ਹੋ ਜਾਂਦੀਆਂ ਸਮਝਣੀਆਂ, ਜੇ ਤੁਸੀਂ ਉਸ ਤਰੀਕੇ ਨਾਲ ਦੇਖੋ। ਤੇ ਮੈਨੂੰ ਤੇ ਗਾਹੇ ਬਗਾਹੇ ਕਈ ਵਾਰੀ ਇਹੋ ਜਿਹੇ ਮੈਸੇਜਿਸ ਵੀ ਆ ਜਾਂਦੇ। ਰੀਸੈਂਟਲੀ ਕੁਝ ਸੱਜਣਾਂ ਨੇ ਮੈਸੇਜ ਭੇਜੇ ਕਿ ਤੁਸੀਂ ਫਾਰਸੀ ਬਹੁਤ ਬੋਲਦੇ ਹੋ, ਉਰਦੂ ਬਹੁਤ ਬੋਲਦੇ ਹੋ, ਪੰਜਾਬੀ ਬੋਲੋ। ਮੈਂ ਕਿਹਾ ਵੀ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗਦਾ ਪਿਆ, ਆਈ ਹੈਵ ਨੋ ਕਲੂ ਦੈਟ ਕਿੱਥੇ ਕਿੱਥੇ ਲਾਈਨ ਵਾਹੀ ਜਾਏ ਤੇ ਕਿਸ ਰੂਪ ਦੇ ਵਿੱਚ ਆ। ਹੁਣ ਜੇ ਅਸੀਂ ਆਪ ਹੀ ਆਪਣੀ ਬੋਲੀ ਤੋਂ ਨਾਵਾਕਿਫ ਹੋ ਜਾਵਾਂਗੇ, ਨਾਵਾਕਿਫ ਸ਼ਬਦ ਵੀ ਫਾਰਸੀ 'ਚੋਂ ਆ ਰਿਹਾ, ਮਤਲਬ ਸਾਡੀ ਵਾਕਫੀਅਤ ਘਟ ਗਈ ਹੈ ਸਾਡੀ। ਤੇ ਜੇ ਇਸ ਨੂੰ ਕਹੋ ਕਿ ਅੱਜ ਦੀ ਪੰਜਾਬੀ ਵਿੱਚ ਬੋਲਾਂ, ਤੇ ਅੱਜ ਦੀ ਪੰਜਾਬੀ ਵਿੱਚ ਬੋਲਾਂਗਾ ਕਿ ਅਸੀਂ ਅਨਪ੍ਰੀਚਿਤ ਹੋ ਗਏ, ਇਹ ਬਿਲਕੁਲ ਬ੍ਰਜ ਭਾਸ਼ੀ ਹੋ ਜਾਏਗਾ ਸਾਡੇ। ਚਲੋ ਇੱਕ ਪੱਲੀ ਬਾਤ ਆਈ ਹੈ, ਪੰਜਾਬੀ ਯੂਨੀਵਰਸਿਟੀ ਨੇ ਡਿਕਸ਼ਨਰੀ ਛਾਪੀ ਇੰਗਲਿਸ਼ ਟੂ ਪੰਜਾਬੀ, ਤੇ ਉਹਨਾਂ ਤਿੰਨੇ ਅਸੀਂ ਸਟੂਡੈਂਟ ਸੀਗੇ। ਬਾਏ ਚਾਂਸ ਉਹਦਾ ਕੁਝ ਅਜੇ ਸ਼ਾਇਦ ਫਸਟ ਹੀ ਵਰਜਨ ਸੀਗਾ, ਉਹਦਾ ਇੱਕ ਚਰਚਾ ਚੱਲ ਰਹੀ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ। ਤੇ ਸਾਡੇ ਉੱਥੇ ਸੱਜਣ ਨੇ, ਮਤਲਬ ਅੱਜ ਕੱਲ੍ਹ ਤੋਂ ਪ੍ਰੋਫੈਸਰ ਹੈ ਉੱਥੇ, ਤੇ ਉਹਨੇ ਕੁਝ ਆਰਗੂਮੈਂਟਸ ਕੀਤੇ ਉਹਦੇ 'ਤੇ। ਖੈਰ ਬਾਤ ਇਹ ਹੋਈ ਕਿ ਜਿਹੜੇ ਉਸਦੀ ਟੀਮ ਵਿੱਚ ਇਨਵੋਲਵ ਸੀਗੇ ਪਬਲੀਕੇਸ਼ਨ ਵਾਸਤੇ, ਤੇ ਸਾਰੀ ਉਸ ਰਾਈਟਿੰਗ ਡਰਾਫਟਿੰਗ ਵਰਕ ਦੇ ਵਿੱਚ ਯੂਨੀਵਰਸਿਟੀ ਦੇ ਬਿਲਕੁਲ ਮਤਲਬ ਉਹਦੇ ਗਿਰਦੇ ਰਵਾਨ ਦੇ ਵਿੱਚ ਹੀ ਪਿੰਡ ਪੈਂਦੇ ਨੇ, ਸ਼ਾਇਦ ਸ਼ੇਰਪੁਰ ਪਿੰਡ ਦਾ ਨਾਂ ਹੈ, ਬਿਲਕੁਲ ਨਾਲ। ਤੇ ਉੱਥੇ ਉਹਨਾਂ ਨੇ ਡਿਕਸ਼ਨਰੀ ਐਵੇਂ ਖੋਲ੍ਹੀ, ਤੇ ਖੋਲ੍ਹ ਕੇ ਉੱਤੇ ਐਮ ਦੇ ਮਤਲਬ ਲੈਟਰ ਹੇਠ ਵਰਡਸ ਆ ਗਏ, ਤੇ ਪਹਿਲਾ ਵਰਡ ਹੀ ਆਇਆ ਮੈਥ। ਉਹਦੇ ਸਾਹਮਣੇ ਲਿਖਿਆ ਗਣਿਤ। ਉਹ ਕਹਿੰਦੇ ਕਿ ਵੀਰ ਆਪਾਂ ਆਹੀ ਪੇਜ ਖੋਲ੍ਹਿਆ ਆ ਤੇਰਾ ਪਹਿਲਾ ਪੇਜ, ਇਹ ਨਾਲ ਲੈ ਕੇ ਤੇ ਆਪਾਂ ਇੱਥੇ ਨਾਲ ਹੀ ਚੱਲਦੇ ਹਾਂ, ਨਾਲ ਪਿੰਡ ਹੈਗਾ। ਤੇ ਮੈਂ ਬੇਨਤੀ ਕਰਾਂ, ਭਾਸ਼ਾ ਕੋਈ ਮਾੜੀ ਨਹੀਂ, ਕਿਸੇ ਭਾਸ਼ਾ ਨਾਲ ਕੋਈ ਨਫ਼ਰਤ ਨਹੀਂ ਗੀ, ਨਾ ਹੋਣੀ ਚਾਹੀਦੀ ਹੈ। ਪਰ ਚੀਜ਼ਾਂ ਸਿਰਫ ਇਤਨੀਆਂ ਹੀ ਨੇ ਕਿ ਜਿਵੇਂ ਗੁਰਬਾਣੀ ਹੈ ਨੇ, ਬੇਸਿਕਸ ਨੂੰ ਸਮਝਣ ਵਾਸਤੇ ਤੁਹਾਨੂੰ ਪੰਜਾਬੀ ਦੀ ਵਾਕਫੀਅਤ ਹੋਏਗੀ ਤੇ ਆਸਾਨ ਹੋ ਜਾਏਗਾ। ਜੇ ਵਾਕਫੀਅਤ ਨਹੀਂ ਹੋਏਗੀ ਤਾਂ ਫਿਰ ਕਠਿਨ ਹੋ ਜਾਏਗਾ। ਬਸ ਇਹ ਹੈ, ਇਸ ਰੂਪ ਵਿੱਚ ਮੈਂ ਬਾਤ ਕਰ ਰਿਹਾ। ਹਾਲਾਂਕਿ 18 ਰੀਜਨਲ ਲੈਂਗੁਏਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਪਰ ਜੇ ਗੁਰਮੁਖੀ ਤੇ ਗੁਰਮੁਖੀ ਦੇ ਬੇਸ ਦੀ ਪ੍ਰਾਕਿਰਤ ਦੀ ਸਾਨੂੰ ਸਮਝ ਹੋਏਗੀ, ਸਾਡੇ ਲਈ ਆਸਾਨੀ ਹੋ ਜਾਏਗੀ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉਹ ਕਹਿੰਦੇ ਇਹੀ ਪੇਜ ਖੁੱਲ੍ਹਾ ਆ, ਇਹੀ ਲੈ ਕੇ ਨਾਲ ਪਿੰਡ ਚਲੇ ਜਾਂਦੇ ਹਾਂ,
ਤੇ ਸਵਾਣੀਆਂ ਗਲੀ 'ਚ 5-4 ਤੁਰਦੀਆਂ ਹੋਈਆਂ ਮਿਲ ਜਾਣਗੀਆਂ ਕਿਤੇ ਨਾ ਕਿਤੇ, ਕੋਈ ਬੰਦਾ, ਕੋਈ ਸਵਾਣੀ ਪਿੰਡ ਦਾ ਕੋਈ ਉਸੇ ਵਕਤ। ਤੇ ਉਸ ਨੂੰ ਜਾ ਕੇ ਅਸੀਂ ਲਿਟਰਲੀ ਤੌਰ 'ਤੇ ਆਮ ਪੇਂਡੂ ਸ਼ਖਸ ਨੂੰ ਪੁੱਛਾਂਗੇ ਵੀ ਗਣਿਤ ਕੀ ਹੁੰਦਾ ਆ, ਤੇ ਕਹਿੰਦੇ ਮੈਂ ਗਰੰਟੀ ਦੇਣਾ ਵਾਂ ਮੇਰਾ ਨਹੀਂ ਖਿਆਲ ਉਹ ਦੱਸ ਪਾਏਗਾ ਕਿ ਗਣਿਤ ਕੀ ਹੁੰਦਾ ਆ। ਹਾਂ ਜੇ ਉਹਨੂੰ ਪੁੱਛਾਂਗੇ ਹਿਸਾਬ ਕੀ ਹੁੰਦਾ ਆ, ਫਿਰ ਉਹਨੇ ਦੱਸ ਦੇਣਾ ਸਾਨੂੰ ਹਿਸਾਬ ਕੀ ਹੁੰਦਾ। ਮਤਲਬ ਉਹ ਕਹਿੰਦੇ ਕੀ ਕਰ ਰਹੇ ਹੋ ਤੁਸੀਂ। ਤੇ ਇਹ ਸੱਚ ਹੈ ਕਿ ਭਾਸ਼ਾ ਦੇ ਪਰਿਪੇਖ ਦੇ ਵਿੱਚ ਉਹਦੇ ਤਰੀਕੇਕਾਰਤਾ ਦੇ ਵਿੱਚ, ਉਹਦੇ ਸਮਝ ਦੇ ਉਸ ਤਵਾਜ਼ਨ ਦੇ ਲੈਵਲ 'ਤੇ ਸਾਨੂੰ ਆਪਣੇ ਆਪ ਨੂੰ ਜਾਗਰਤ ਕਰਨਾ ਪਏਗਾ, ਜਿਹਨੂੰ ਕਹਿ ਲਓ ਅਵੇਅਰ ਕਰਨਾ ਪਏਗਾ। ਹੁਣ ਜਿਹੜੀ ਬਾਤ ਆਈ, ਜਿਵੇਂ ਮੈਂ ਗੁਰੂ ਪਾਤਸ਼ਾਹ ਦੀ ਬਾਣੀ ਦੀ ਬਾਤ ਕਰ ਰਿਹਾ ਸੀਗਾ, ਸੁਖਮਨੀ ਗੌੜੀ, ਸੁਖਮਨੀ ਦੇ ਸਿਰਨਾਵੇਂ ਹੇਠ ਜੋ ਬਾਣੀ ਮੇਰੀ ਬਾਣੀ ਆਉਂਦੀ 24 ਅਸ਼ਟਪਦੀਆਂ ਦੀ, ਉਹਦੀ ਬਿਲਕੁਲ ਸ਼ੁਰੂਆਤ ਦੇਖੋ ਤੁਸੀਂ। ਗੁਰੂ ਅਰਜਨ ਸਾਹਿਬ ਸਾਨੂੰ ਸੁਖ ਦਾ ਮੰਤਰ ਸਮਝਾਉਂਦੇ, ਕਿਉਂਕਿ ਅੱਜ ਦਾ ਸ਼ਬਦ ਜਿਹੜਾ ਹੈ ਇਹ ਹੈ ਪ੍ਰਭ ਪਾਇਆ ਸੁਖਦਾਈ ਆ, ਮਿਲਿਆ ਸੁਖ ਪਾਏ। ਪ੍ਰਭੂ ਸੁਖਦਾਈ ਹੈ, ਸੁਖ ਦਾ ਦਾਤਾ ਆ, ਤੇ ਮਿਲਦਾ ਵੀ ਸੁਖਦ ਢੰਗ ਨਾਲ ਹੈ। ਇਹ ਨਹੀਂ ਹੈ ਕਿ ਅਬ ਦੁੱਖ ਫਿਰ ਸੁੱਖ, ਦੁੱਖ ਵਿੱਚੋਂ ਸੁੱਖ ਜਨਮ ਲੈਂਦਾ ਆ, ਜਿਹੜੀ ਆਮ ਅਸੀਂ ਆਈਡੀਓਲੋਜੀ ਬਣਾਈ। ਬਾਬਾ ਜੀ ਕਹਿੰਦੇ ਨਾ, ਉਹਦਾ ਰਾਹ ਵੀ ਸੁੱਖ ਦਾ ਹੀ ਹੈ। ਇਹ ਵੀ ਚੇਤੇ ਰੱਖਿਆ ਜੀ। ਜਿਹੜਾ ਬਚਨ ਆਇਆ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਇਹਦੀ ਸ਼ੁਰੂਆਤ ਹੁੰਦੀ ਬਾਣੀ ਦੀ। ਮਹਾਰਾਜ ਕਹਿੰਦੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਆ ਸੁਖ ਹੈ। ਮੈਂ ਸਿਮਰਾਂ, ਸਿਮਰਦਾ ਸਿਮਰਦਾ ਉਸ ਸਿਮਰਨ ਦੇ ਵਿੱਚ ਆਪਣੇ ਆਪ ਨੂੰ ਲਗਾ ਦੇਵਾਂ, ਇਹਦੇ ਤਰੀਕੇ ਨਾਲ ਮੈਨੂੰ ਸੁਖ ਮਿਲੇਗਾ। ਗੁਰੂ ਅਰਜਨ ਸਾਹਿਬ, ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਮੇਰਾ ਮਨ ਹੀ ਕਹੇ, ਤੁਹਾਡਾ ਮਨ ਕਹੇ ਵੀ ਬਾਬਾ ਜੀ we are not accepting your thought or your advice at all. Please provide us some rational on this, on your actually advice. What's your rational? What's your logic here? Next line ਪੜੋ। ਬਾਬਾ ਜੀ ਕਹਿੰਦੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਿਵੇਂ? ਕਲ ਕਲੇਸ਼ ਤਨ ਮਾਹੇ ਮਿਟਾਵੋਂ। ਸੁਖ ਤੇ ਆਪਣੇ ਆਪ ਆ ਜਾਏਗਾ। ਸੁਖ ਸਟੇਟ ਆਫ ਮਾਈਂਡ ਆ। ਉਹ ਸਟੇਟ ਆਫ ਮਾਈਂਡ ਕਿੰਨੇ ਸਾਡੀ ਲੋਸਟ ਕੀਤੀ, ਕਿੰਨੇ ਉਸ ਨੂੰ ਜਿਹੜਾ ਹੈਗਾ ਲੂਜ਼ ਕਰਵਾਤਾ ਸਾਡੇ ਤੋਂ। ਕਲ ਕਲੇਸ਼, ਤੇ ਇਹ ਕਿਸੇ ਹੋਰ ਨੇ ਨਹੀਂ ਬਣਾਇਆ। ਇਸ ਤਰ੍ਹਾਂ ਚੇਤੇ ਰੱਖੋ, ਜਿਹੜਾ ਕਲੇਸ਼ ਆ ਇਹਦਾ ਕੋਈ ਵਜੂਦ ਨਹੀਂ ਹੁੰਦਾ, ਬਾਹਰ ਤੇ ਦੀ ਕੋਈ ਥਾਂ ਹੈ ਹੀ ਨਹੀਂ ਗੀ। ਜਿਤਨਾ ਕਲੇਸ਼ ਆ ਇਹ ਮਨ ਸਿਰਜਦਾ ਆ। ਇਹ ਮਨ ਦੀ ਹੀ ਆਪਣੀ ਦੁਨੀਆ ਆ। ਮਨ ਦਾ ਇਹ ਖੁਰਾਫਾਤ ਆ, ਮਨ ਦਾ ਇੱਕ ਬਵੰਡਰ ਹੈ ਸਾਰੇ ਦਾ ਸਾਰਾ। ਇਹ ਮਨ ਦੀ ਬਦੀ ਆ, ਤੇ ਮਨ ਆਪ ਸਰਜੀਤ ਕ੍ਰੀਏਟ ਕਰਦਾ ਇਸ ਨੂੰ। ਤੇ ਅਲਾਮਤ ਇਹ ਹੈ, ਕਮਾਲ ਦੇਖੋ ਕਿੱਡੀ ਕੁਦਰਤ ਨੇ ਕਿਆ ਇਹ ਮਿਜ਼ਰੀ ਦੀ ਮਸ਼ੀਨ ਬਣਾਈ ਹੈ। ਜਿੰਨਾ ਕਲੇਸ਼ ਆ ਇਹ ਮਨ ਪੈਦਾ ਕਰਦਾ ਹੈ, ਤੇ ਪੈਦਾ ਕਰਕੇ ਆਪਣੇ ਕੋਲ ਨਹੀਂ ਰੱਖਦਾ ਨਾ, ਪੈਦਾ ਕਰਕੇ ਸਰੀਰ ਨੂੰ ਕਹਿੰਦਾ ਤੂੰ ਹੰਡਾ। ਕਿਸ ਰੂਪ ਦੇ ਵਿੱਚ? ਕਿਸੇ ਨੂੰ ਮਾਈਗ੍ਰੇਨ ਕਰਾ ਦਿੰਦਾ ਹੈ, ਕਿਸੇ ਨੂੰ ਹਾਈ ਜਾਂ ਲੋ ਬਲੱਡ ਪ੍ਰੈਸ਼ਰ ਕਰਾ ਦਿੰਦਾ ਆ, ਕਿਸੇ ਨੂੰ ਅਲਸਰ ਜਨਰੇਟ ਕਰਨ ਤੇ ਲਾ ਦਿੰਦਾ ਆ। ਮਤਲਬ ਤਨ ਨੂੰ ਕਹਿੰਦਾ ਤੂੰ ਹੰਡਾ, ਬਿਮਾਰੀ ਦੀ ਸ਼ੇਪ ਵਿੱਚ, ਗੋ ਹੈਡ ਟੇਕ ਇਟ। ਕਲੇਸ਼ ਆਪ ਪੈਦਾ ਕਰਦਾ। ਇਹ ਜਿਹੜੀ ਕਲੇਸ਼ ਵਾਲੀ ਬਾਤ ਆ ਭਈ, ਇਹ ਹੈ ਕਿ ਜੇ ਸਮ੍ਰਿਤੀ ਪਿਓਰ ਹੋ ਜਾਏ ਸਿਮਰਨ ਦੇ ਰੂਪ ਦੇ ਵਿੱਚ, ਤੇ ਸਮ੍ਰਿਤੀ ਨੂੰ ਇਸ ਤਰ੍ਹਾਂ ਜਾਣੋ, ਇਹਨੂੰ ਸਰਲ ਕਰ ਦੇਣਾ ਹੋਰ। ਆਪਣਾ ਬੜਾ ਵੱਡਾ ਘਰ ਹੈ, ਉਸ ਘਰ ਦੇ ਵਿੱਚ ਜੋ ਕਿ ਬਾਣੀ ਕਹਿੰਦੇ ਨਾ, ਆ ਸਾਡਾ ਘਰ ਆ। ਜਿਵੇਂ ਕੋਟ ਏਕ ਬਾਬਾ ਕਬੀਰ ਜੀ ਦੇ ਘਰ, ਤੇ ਘਰ ਵੀ ਛੋਟਾ ਮੋਟਾ ਨਹੀਂ ਗਾ, ਐਵੇਂ ਨਹੀਂ ਗਾ ਮਾਮੂਲੀ ਜਿਹਾ ਘਰ ਆ। ਕਿਲਾ ਆ ਪੂਰਾ, ਪੂਰਾ ਵੱਡਾ ਕੋਟ, ਕੋਟ ਏਕ। ਫਿਰ ਪੰਜ ਸਿਕਦਾਰਾ, ਪੰਜ ਦੇ ਚੌਧਰੀ ਆ ਕੇ ਬਣ ਕੇ ਵਿੱਚ ਬੈਠ ਗਏ। ਸਾਨੂੰ ਪਤਾ ਹੀ ਨਹੀਂ ਲੱਗਾ ਸਾਡਾ ਘਰ ਕਿਸੇ ਹੋਰ ਨੇ ਜਿਹੜਾ ਹੈਗਾ ਉਹਨੂੰ ਕਬਜ਼ਾ ਲਿਆ, ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ, ਕਿਸੇ ਹੋਰ ਨੇ ਉਹਨੂੰ ਆਕੂਪਾਈ ਕਰ ਲਿਆ। we were never aware about it। ਜਾਂ ਸਭ ਨੇ ਬਿਆਨ ਕੀਤਾ ਕਿ ਇਹ ਜਿਹੜਾ ਹੈਗਾ ਹਰੀ ਨੇ ਇੱਕ ਐਸਾ ਕੋਟ ਬਣਾਇਆ ਹੈਗਾ
कि जिहदे विच करतार ने कंचन काया कोट गढ़ विच हर हर सिद्धा। ये काया ये सुट पाउण योग नहीं गी, जिवें श्रावक धर्म या सरेवड़े लोगों ने किया कि ये शरीर ही सारा दुख का मूल आ, तो एक काम करो दुख नूं दुख दिओ। शरीर दुख सुरजीत करदा ते इनू दुख दिओ। किवें दुख दिओगे? इसनूं खाण नूं ना दिओ, पाण नूं ना दिओ, ठंड होए ते कपड़ा ना पाओ, गर्मी होए ते अग बाल के धूणी कोल बिठाओ, इनू तंग दुख दिओ। इहदे नाल की होएगा कि ये शरीर खीण हो जाएगा, तुहाडा दुख खीण हो जाएगा। बाबा जी ने कहा क्या बेहुदा बात है। असी सोईए पढ़ते हैं, श्रावक सुध समूह सिधानक देख फिरो कर जोग जती के। देख लो तुसीं उन्हां सारिਆਂ ਨੂੰ कित्थे कित्थे पहुंच गए हो, कि किहड़ी दुनिया कमा ली उन्होंने। गुरु नानक साहब ने पूरे पूरे शब्द लिखे बाणी दे विच। असीं अक्सर वो शब्द विचारते हैगे आ जिस महाराज बयान करते कि माओ पीओ किरत गवावन टब्बर रोवन ताही भेडां वांगी सिर खोहा हैं भरीन हथ सवाही। ये कोई हाल थोड़ा फूल फदीहत मुँह लैन पढ़ासा पानी देख संगाही। जिवें व्याख्या भी करा तो बंदे नूं क्रीच आ जाएगी, मतलब जिहड़ा हैगा उहदा मन खरीजेगा भी ओहो हो ये तो धर्म मन समझिया जाता भी अपने ही स्टूल नूं इस तरीके नाल सज्जे खब्बे करके तो उहदे उत्ते नख करके उहदी हवाड़ लैनी। इन दैट वे अपने आप नूं उस गरकण वाली हालत ते लै जाना, नरक दे भोगी बना के भी ये शरीर नूं दुख दे के फिर सुख साहब कहते ना कंचन काया। ये काया सुट पाण योग चीज नहीं है। कोट गढ़ एक कोट है, तो कोट भी किसी होर दा नहीं गा, हरी दा। क्योंकि असी अवेयर ना रहे तो उहदे नाल होया ये कि 5 चोरां ने कब्जा कर लिया। तो हुण जदों चोरां ने कब्जा कर लिया तो आपने बड़ी मेहनत नाल, या तुसी मेहनत ना कीती हो, तुहाडे पुरखियां ने मेहनत कीती होए, उन्हां दी मेहनत दे सदका तुहानूं कोई घर ब्लैस हो जाए, गिफ्ट हो जाए, तुहानूं मिल जाए, विरासत विच मिल जाए। जे वेख्या जाए तो इस तन नूं कुदरत ने धरती ते लिआंदा, कुदरत दी नवाजिश आ, पर आखिरकार किसी ने पालिया। किसी ने 4-5 पाउंड दे उस क्रीचर नूं अपनियां रातां दीयां नींदां गवा के, सीने दा शीर पिया के, एक रात दिन करके साडे नाल ही झगड़ के सानू ही पालिया। आप सोच के देखो जरा, मतलब बच्चा जिहड़ा आ वो हर पल दे उत्ते गुस्ताखी करदा, हर पल ते ठीक ना खांदा, ठीक ना उहनूं पालिया जांदा। किसी ने कोट बनाया ये सारा, तो कोट बना के अखीर सानू गिफ्ट करता भी इंजॉय इट। असी की कीता? असी उस कोट दी मतलब पहली गल ते उहदी बाबत केयर ही नहीं भी है भी कोट की है की नहीं। फिर दूसरा इस कोट नूं मतलब वकारां दी दुनिया च पा लिया। जे किते डायरैक्टली वकार ना भी आए तो अंदर कलेश पैदा कर लिया, मन की दुनिया ना संभाली। हुण इस तरह जानो, मैं जिहड़ा मैटाफोर कह रहा सीगा, एक बड़ा वड्डा कोट किला, उस किले दे विच एक स्पैसीफिक जगह जिहड़ी उहदा सेंट्रल पॉइंट कह लो, मरकजी जगह कह लो, उहदे च एक छोटी जी बड़ी वधिया तिजोरी, उस तिजोरी दे विच छोटा जिहा खाना। हुण उस खाने च तुसीं की रखोगे भी इन्नी मतलब सेंट्रल प्लेस है घर दा, बिल्कुल वो तिजोरी है, उन मतलब प्रॉपर लॉक सिस्टम है, सारा कुछ की रखोगे? चलो कोई सब्जी लिया के सब्जी रख देगा उहदे च, नो वे तुसीं भाई साहब कैसियां गल्लां करदे हो, सब्जी तो बाहर टोकरी च रख सकते हैं। अच्छा फिर कोई एक होर काम करोगे, फिर कोई कपड़े वगैरह रख दो, नहीं भाई साहब उहदे लई ते वड्डियां वड्डियां कवर्ड्स हैगियां, होर चीज़ां हैगियां ने। अच्छा फिर तिजोरी च की रखोगे? घर दा कूड़ा, भाई साहब कमाल है, वो कूड़ा रखने की जगह कोई, उत्थे ते आपां रखांगे कोई सोना, कोई चांदी, कोई कीमती चीज। गुस्ताखी ली माफी, आ कोट आ, इस कोट की सब तो कीमती पॉकेट वो हैगी साडी स्मृति, साडी यादाश्त, साडी सोच दा वो लैवल जिहड़ा सानू हर वक्त कम आ सकदा आ। उहदे च असीं की रखीए? कलेश, किसी बड़े लंबे समय का क्रोध, कोई बहुत तंग करने वाली फ्रस्ट्रेशन, इहो जिहियां चीज़ां रख लो, की होएगा? असीं सोचते हैं असीं सुखी होवांगे,
ਬਾਬਾ ਜੀ ਆਹ ਗੱਲ ਸਮਝਾਉਂਦੇ। ਬਾਬਾ ਜੀ ਕਹਿੰਦੇ ਮੈਂ ਤੈਨੂੰ ਦੱਸ ਰਿਹਾ ਸੁੱਖ ਕਿਵੇਂ ਮਿਲੇਗਾ ਤੈਨੂੰ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋਂ ਜਾਸ ਬਿਸੰਬਰ ਇੱਕ ਹੈ। ਉਹ ਬਿਸੰਬਰ ਜਿਹੜਾ ਵਿਸ਼ਵ ਦਾ ਅੰਬਰ ਆ, ਜਿਹੜਾ ਸਭ ਦਾ ਸਹਾਰਾ ਆ, ਉਹਦੀ ਸਮ੍ਰਿਤੀ ਦੀ ਗੱਲ ਕਰ ਰਿਹਾ ਮੈਂ। ਹੁਣ ਜਿਹੜੀ ਮੈਂ ਮੌਲਿਕ ਬਾਤ ਸ਼ੁਰੂ ਕੀਤੀ ਸੀ ਕਿ ਕਈ ਵਾਰੀ ਸ਼ਬਦਾਂ ਦੀ ਰੂਪ ਰੇਖਾ ਬੜੀ ਬਦਲ ਜਾਂਦੀ ਹੈ। ਜਿਵੇਂ ਇਸ ਪਾਵਨ ਬਾਣੀ ਦਾ ਜਿਹੜੀ ਥੀਸਿਸ ਸਟੇਟਮੈਂਟ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਲਮੇਰੀ ਰਚਨਾ ਦੇ ਵਿੱਚ, ਉਹ ਹੈ ਕਿ ਇਹ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਇਹੀ ਹੈ ਨਾ, ਸਭ ਕਹਿੰਦੇ ਸੁਖਮਨੀ ਸੁਖ। ਹੁਣ ਸੁਖਮਨੀ ਜਦੋਂ ਮਣੀ ਲਫ਼ਜ਼ ਆਉਂਦਾ, ਕਿਉਂਕਿ ਮੀਡੀਆ ਨੇ ਇੱਕ ਪੂਰੇ ਦੀ ਪੂਰੀ ਭਾਸ਼ਾ ਜਿਹੜੀ ਡੋਮੀਨੇਟ ਕਰਨ ਲਾ ਦਿੱਤੀ ਪੂਰੇ ਉਸ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ। ਬ੍ਰਿਜ ਉਹਦਾ ਮੂਲ ਆ, ਜਿਹਨੂੰ ਅੱਜ ਦੀ ਹਿੰਦੀ ਭਾਸ਼ਾ ਅਸੀਂ ਕਹਿ ਦਿੰਦੇ ਹਾਂ। ਮੈਂ ਪਹਿਲਾਂ ਬੇਨਤੀ ਕੀਤੀ ਕਿਸੇ ਭਾਸ਼ਾ ਦੀ ਬਰਖਲਾਫਤ ਨਹੀਂ ਹੈ, ਪਰ ਉਹਦਾ ਹੁੰਦਾ ਇਹ ਕਈ ਵਾਰ ਇਹ ਹੁੰਦਾ ਕਿ ਉਹਦੀ ਜਿਹੜੀ ਡੋਮੀਨੇਸ਼ਨ ਆ ਉਹ ਸਾਨੂੰ ਕੁਛ ਚੀਜ਼ਾਂ ਨੂੰ ਸਮਝਣ 'ਚ ਜਿਹੜੇ ਆਮ ਆਪਣੇ ਘਰ ਪਰਿਵਾਰ ਦੇ ਵਿੱਚ ਸਹਾਇਤਾ ਨਹੀਂ ਕਰਦੀ, ਬਲਕਿ ਸਾਨੂੰ ਡਿਸਟਰੈਕਟ ਕਰ ਦਿੰਦੀ। ਹੁਣ ਮਣੀ ਦਾ ਮਤਲਬ ਸਾਡੇ ਇੱਥੇ ਆਮ ਬਣ ਜਾਂਦਾ ਕੋਈ ਕਾਈਂਡ ਆਫ ਹੀਰਾ, ਕੋਈ ਇਸ ਕਿਸਮ ਦਾ ਜਿਹੜਾ ਹੈਗਾ ਕੋਈ ਜਿਮ, ਕੋਈ ਇਸ ਚੀਜ਼ ਆ ਕੀਮਤੀ ਜਿਹੜੀ ਕਿਸੇ ਸੱਪ ਕੋਲ ਹੁੰਦੀ ਹੈ, ਅਤੇ ਉਸ ਕਿਸਮ ਦੇ ਨਾਲ ਮਣੀ ਨੂੰ ਲੈ ਲਿਆ ਜਾਂਦਾ ਵੀ ਮਣੀ ਮਣਕਾ ਬਹੁਤ ਕੀਮਤੀ ਚੀਜ਼। ਜਦੋਂ ਇਹਦੀ ਟਰਾਂਸਲੇਸ਼ਨ ਅਸੀਂ ਸਹੀ ਰੂਪ ਵਿੱਚ ਪੜ੍ਹਦੇ ਹਾਂ ਸ਼ਬਦਕੋਸ਼ਾਂ ਦੀ ਮਦਦ ਨਾਲ, ਇਹਦਾ ਮਾਇਨਾ ਬਣਦਾ ਸੁਖਮਨੀ, ਮਤਲਬ ਸੁਖ ਮਨ ਹੀ। ਸੁਖ ਕਿਤੇ ਬਾਹਰ ਨਹੀਂ, ਤੇਰੇ ਮਨ ਵਿੱਚ ਹੀ ਪਿਆ ਆ। ਤੂੰ ਕਮਲਾ ਹੋਇਆ ਆ। ਭਗਤ ਸੁਖ ਮਾਣਦੇ, ਕਿਉਂ ਮਾਣਦੇ? ਕਿਉਂਕਿ ਭਗਤ ਜਨਾ ਕਹਿ ਮਨ ਬਿਸਰਾਮ। ਉਹ ਟਿਕ ਗਏ ਉੱਥੇ, ਉਹਨਾਂ ਨੇ ਉਹਦੇ ਵਿੱਚੋਂ ਲੱਭ ਲਿਆ। ਤੂੰ ਭਟਕ ਰਿਹਾ, ਤੂੰ ਤਾਂ ਨਹੀਂ ਸੁਖ ਦੇ ਵਿੱਚ। ਕਿਆ ਸੁਖਮਨੀ ਸੁਖ। ਅੱਛਾ, ਟਿਕਾਣ 'ਚ ਮਦਦ ਕੌਣ ਕਰੇਗਾ ਮੈਨੂੰ ਜੀ? ਉੱਥੇ ਮੇਰਾ ਮਨ ਤੇ ਲਗਾਤਾਰ ਭਟਕ ਰਿਹਾ। ਆਪ ਇਸ ਤਰ੍ਹਾਂ ਜਾਣੋ, ਮਨ ਨੂੰ ਲੈ ਲਓ ਇੱਕ ਬੱਚਾ ਆ, ਤੇ ਬੱਚਾ ਜਿੱਦਿਆ ਆ ਵੀ ਮੈਂ ਆਪਣੇ ਇਸ ਘਰ 'ਚ ਨਹੀਂ ਰਹਿਣਾ ਨਾ, ਤੁਸੀਂ ਜਿੰਨੀ ਮਰਜ਼ੀ ਮਿਹਨਤ ਨਾਲ ਬਣਾਇਆ ਹੈਗਾ। ਉਹ ਕਹਿੰਦਾ ਵੀ ਮੈਂ ਤੇ ਜਾਣਾ ਆ ਕਿਸੇ ਹੋਰ ਘਰ, ਕਿਸੇ ਫਰੈਂਡ ਦੇ ਘਰ, ਕਿਸੇ ਦੋਸਤ ਦੇ ਘਰ, ਕਿਸੇ ਸ਼ੋਰੂਮ ਦੇ ਵਿੱਚ, ਕਿਸੇ ਐਕਟੀਵਿਟੀ ਦੇ ਵਿੱਚ। ਆਈ ਵਾਂਟ ਟੂ ਬੀ ਸਟੇ ਦੇਅਰ, ਆਈ ਡੋਂਟ ਵਾਂਟ ਟੂ। ਹਾਲਾਂਕਿ ਉਹ ਹੁਣ ਉੱਥੇ ਹੁੰਦਾ ਕੀ ਹੈ, ਜਿਹੜਾ ਕੋਈ ਸਿਆਣਾ ਘਰ ਦੇ ਵਿੱਚ ਮਾਪਾ ਆ, ਕੋਈ ਮੈਂਬਰ ਜਾਂ ਕੋਈ ਹੈ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਆਪਾਂ ਕੁਝ ਅਰੇਂਜਮੈਂਟ ਕਰਦੇ ਹਾਂ ਤਾਂ ਕਿ ਇਹ ਘਰ ਰਹੇ। ਫਿਰ ਉਹ ਕੀ ਕਰਦਾ, ਘਰ ਦੇ ਵਿੱਚ ਕੋਈ ਇਹੋ ਜਿਹਾ ਮਾਹੌਲ ਬਣਾਉਂਦਾ ਜਿਹਦੇ 'ਚ ਉਹਦਾ ਉੱਥੇ ਚਿੱਤ ਲੱਗ ਜਾਂਦਾ। ਕਿਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਜਿਹੜਾ ਅਸਲ ਅੰਮ੍ਰਿਤ ਆ, ਅਸਲ ਜਿਹੜਾ ਉਸਨੂੰ ਉੱਥੇ ਬਹਿ ਕੇ ਪੀਣ ਦੀ ਦਾਤ ਆ, ਅੰਮ੍ਰਿਤ ਹੈ। ਸ਼ਬਦ ਸਾਰਾ ਇੱਥੇ ਆਏਗਾ, ਪੂਰਾ ਸ਼ਬਦ ਇੱਥੇ ਹੈ, ਪ੍ਰਭੂ ਦਾ ਨਾਮ। ਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ, ਨਾਮ is the synonym of pleasure or ਸੁਖ, you can say। ਇੱਥੇ ਬਾਬਾ ਜੀ ਨੇ ਬਿਆਨ ਕੀਤਾ ਕਿ ਉਹਦਾ ਤਰੀਕਾ ਵੀ ਸੁਖ ਹੀ ਹੈ। ਤੇ ਹੁਣ ਉਸ ਸੁਖ ਦਾ ਤਰੀਕਾ ਭਾਈ, ਫਿਰ ਬੇਨਤੀ ਕਰਾਂਗਾ, ਜਿਹੜੀ ਚੀਜ਼ ਤੁਸੀਂ ਵੱਧ ਸੁਣਦੇ ਹੋ, ਵੱਧ ਪੜ੍ਹਦੇ ਹੋ, ਉਹ ਤੁਹਾਨੂੰ ਅਪੀਲ ਕਰ ਜਾਂਦੀ ਹੈ। ਇਹ ਬਹੁਤ ਸਰਲ ਗੱਲ ਹੈ। ਇਹ ਮਤਲਬ ਇਸੇ ਚੀਜ਼ ਦੇ ਉੱਤੇ ਦੁਨੀਆ ਦੀ ਸਾਰੀ ਵਿੱਦਿਆ ਅਤੇ ਤਾਲੀਮ ਖੜੀ ਹੈ। ਸੰਸਾਰ ਦੇ ਵਿੱਚ ਉਹੀ ਚੀਜ਼ ਸਾਡੇ ਲਈ ਫਾਇਦੇਮੰਦ ਆ, ਜਿਹੜੀ ਚੀਜ਼ ਆਲੇ ਦੁਆਲੇ ਤੋਂ ਲਗਾਤਾਰ ਦੁਹਰਾ ਕੇ ਸਾਨੂੰ ਦੱਸੀ ਜਾਏ ਪਿਆ ਫਾਇਦੇਮੰਦ ਹੈ, ਫਾਇਦੇਮੰਦ ਹੈ। ਉਹੀ ਚੀਜ਼ ਨੁਕਸਾਨਦੇਹ ਹੈ, ਜਿਹੜੀ ਚੀਜ਼ ਆਲੇ ਦੁਆਲੇ ਤੋਂ ਵਾਰ-ਵਾਰ ਦੁਹਰਾ ਕੇ ਦੱਸੀ ਜਾਏ ਨੁਕਸਾਨਦੇਹ ਹੈ, ਨੁਕਸਾਨਦੇਹ ਹੈ। ਆਪ ਇਸ ਤਰ੍ਹਾਂ ਦੇਖੋ, ਆਪਾਂ ਫੈਸ਼ਨ ਇੰਡਸਟਰੀ ਨੂੰ ਦੇਖੀਏ, ਟਰੈਂਡੀ ਲੈਵਲ 'ਤੇ ਕੱਪੜੇ ਕੁਝ ਖਾਸ ਇੱਕ ਤਰ੍ਹਾਂ ਦੇ ਬਣਾ ਕੇ ਪਾ ਲਏ ਜਾਣ, ਦੂਜੀ ਤਰ੍ਹਾਂ ਦੇ ਬਣਾ ਕੇ ਪਾ ਲਏ ਜਾਣ, ਕੀ ਫਰਕ ਪਏਗਾ? ਬੇਸਿਕਲੀ ਕੱਪੜੇ ਦਾ ਦੋ ਹੀ ਕੰਮ ਨੇ, ਇੱਕ ਤੇ ਸਾਡੇ ਸਰੀਰ ਦਾ ਕੱਜ, ਦੂਸਰਾ ਮੌਸਮ ਤੋਂ ਬਚਾ, ਦੈਟਸ ਇਟ। ਤੀਸਰਾ ਕੋਈ ਕੰਮ ਨਹੀਂ ਹੈ ਉਹਦਾ। ਪਰ ਕੱਪੜਾ ਬੰਦੇ ਦੇ ਪੂਰੀ ਉਹਦੀਆਂ ਫੀਲਿੰਗਸ ਤੋਂ ਲੈ ਕੇ ਉਹਦੇ ਸਟੇਟਸ ਸਿੰਬਲ ਤੱਕ ਕੱਪੜਾ ਨਾਲ ਜੁੜਿਆ ਆ। ਇਹ ਕਿਵੇਂ? ਕਿਉਂਕਿ ਬੰਦੇ ਨੂੰ ਕਨਵਿੰਸ ਕਰ ਦਿੱਤਾ ਗਿਆ ਬੜਾ ਡੀਪਲੀ, ਤੇ ਇਹ ਕਨਵਿੰਸਿੰਗ ਲਗਾਤਾਰ ਆ ਰਹੀ ਹੈ।
आले दुआले तो यदी पूरी एक इंडस्ट्री क्रिएट हो गई, सब चीज़ां क्रिएट हो गई, ये सिमरन हो गया। हुण इस सिमरन च जीण वाले लोग डेफिनेटली इत्थे क्या जाएगा। मैं तो बीते च कुछ चीज़ां पढ़ रहा सीगा कि कमाल है, देखो एनवायरमेंट के पिछे बड़ी गल हो रही सी, तो कहते कि एक ऐसा क्रीचर मनुख आ जिहड़ा दरख्तां नूं वढदा, उन्होंने वढ के उन्होंने कट के पेपर बनाउंदा, तो उन्हां पेपरां दे फिर लिखदा भी दरख्त लाने बड़े जरूरी ने, दरख्तां दा कट्टना बहुत माड़ी गल है, इहदे नाल एनवायरमेंट दा नुकसान हो रहा। मतलब उसे चीज़ नूं ही उसे दे ओपोजिट यूज़ किया जा रहा उस रूप के अंदर। सुरत्याब होए बंदा, जे देखा जाए कंज्यूमरिज्म की गल हो रही है। अज आप बीते 2 रोज़ पहला एक बड़ी वड्डी रिपोर्ट आई सी कि जिहड़ा कपड़े का बड़ा मतलब महीन फैब्रिक पार्टिकल हैगा आ, इहदे नाल जिहड़ा वाटर पोल्यूशन है बहुत मैसिव लैवल ते हो रहा। उहदे लई जिन्नियां साडियां वॉशिंग मशीनस हैगियां ने या इन्हां सारियां दे एक स्पैसीफिक फिल्टर जिहड़ा हैगा जल्दी तो जल्दी इंट्रोड्यूस किया जाए, क्योंकि वह पता लग रहा कि बहुत वड्डे लैवल ते वध रहा है। तो उहदे अगां मैसिव इंपैक्ट जिहड़े हैगे ने वो जिहड़ी मैरीन लाइफ आ, जिहड़ी पानी वाटर लाइफ है, वो सारी ते पै रहे हैं, तो बंदे ते पैणगे उस सारे रूप दे। पर जे उहदे पिछोकड़ विच देख लोगे तो पिछोकड़ च यह हैगा कि एक ऐसी जिंदगी बंदे ने जी लई या जीनी शुरू कर दी जिहदे च बस एज ए कंज्यूमर कंज्यूम ही करी जाना, कंज्यूम ही करी जाना। एक कन्विंसिंग पावर आ। अज दी खुशी, मैं खुद एडिक्शन च लंबे समय तो काम कर रहा, शब्द भी एडिक्शन की गल करेगा पर पॉजिटिव एडिक्शन की गल है सारी। लाल रंग तिसको लगा जिसके वड भागा, वो मतलब जिहड़ा हैगा बंदे नूं चेटक लग जानी, उहदी गल होएगी इहदे च। पर जिहड़ी गल आ रही कि बंदे जे तू ध्यान नाल देखे ना तो 80% बंदे की खुशी चीज़ां नूं खा के पा के हंडा के नहीं गई, खरीद के है। ये चीज़ जिहड़ी है ये एक वड्डे लैवल ते आ गई, तो एक कन्विंस कर गई इन्हूं बड़े डीप लैवल ते। ये जिहड़ी कन्विंसिंग पावर है ये सिमरन है। कोई चीज़ तुहानूं कन्विंस कर जाए, बाबा जी कहते जो कन्विंस हो गए ना तुसी कि वाकई च ही मन की भटकना तो अपने आप को बचाया जाए, तो एक ऐसा सुख का एहसास है जिहड़ा किसी होर चीज़ च है ही नहीं गा। गुरु बाबा जी ने इत्थे भी बात की, प्रभ पाया सुखदाईया मिलिया सुख पाए, सहज समाना भीतरे छोड़िया न जाए। सहज समाना भीतरे, ਜਦੋਂ मन ਨੂੰ सहजे भाव ਦੇ ਨਾਲ ਆਪਣੇ ਵਿੱਚ ਸਮਾਣ ਦੀ ਜਾਚ ਆ ਗਈ, ਆਪਣੇ ਭੀਤਰ ਟਿਕਣ ਦੀ ਬਾਤ ਆ ਗਈ, ਛੋੜਿਆ ਨਾ ਜਾਏ। ਜਦੋਂ ਤੁਸੀਂ ਇਸ ਇੱਕ ਐਡਿਕਸ਼ਨ 'ਚ ਲੱਗ ਗਏ ਨਾ ਫਿਰ ਤੁਸੀਂ ਛੱਡ ਨਹੀਂ ਸਕੋਗੇ। ਜਿਹੜੀ ਐਡਿਕਸ਼ਨ ਇਹੀ ਹੁੰਦਾ ਕਿ once you actually get used to for something and you're not able to go away from that specific any substance, any activity, anything, that mean you are addicted। इत्थे कहते जो तो जो तेन एक लग गई ना चीज़, जे कल समय ने अलाउ किया या बात आई सुरत तो फिर आप बात करांगे। जिवें साहब कहते रत्ना रतन पदार्थ बहु सागर भरिया राम, बाणी गुरबाणी लागै तिन हथ चढ़िया राम। बाणी गुरबाणी लागै, लागै ये शब्द बड़ा प्यारा आ, असीं आम पंजाबी च यूज़ करते हैं। वो फलाना बंदा वो तो लग गया होना, काहदे ते लग गया, किसी नशे ते किसी जिहड़ा सबसटेंस दे उत्ते। फिर इत्थे बाबा जी किसी होर दी लगण की गल करते हैं। खैर रैसट ऑफ सारा शब्द जिहड़ा आ वो इहदे बाबत बड़े डिटेल्ड वे दे नाल सानूं सोझी दिंदा आ, जिहदी बात आउंदे समय च करांगे। अज वास्ते इत्थे समाप्ति, भुल्लां गलतियां ना चितारिओ। किरसानी संघर्ष नाल जूझ रहे माई भाई दी सफलता ते चढ़दी कला दी अरदास नाल समाप्ति करिए। कहना जी वाहिगुरू जी का खालसा, वाहिगुरू जी की फतेह।